सर्ब कला समर्थ है, पुरख पूर्ण है, पापां पुन्नां तो पार ब्रह्म व्यापक स्वरूप है ਅਤੇ ਸਾਰਿਆਂ ਦਾ ਸੁਆਮੀ ਮਾਲਕ ਹੈ ਕਿ ਸਾਡਾ ਮਿੱਤਰ ਅਕਾਲ ਪੁਰਖ ਅੰਦਰ ਦੀ ਜਾਣਨ ਵਾਲਾ ਹੈ, ਸਰਬ ਕਲਾ ਸਮਰੱਥ ਹੈ ਕਿ ਉਹ ਪਾਪਾਂ ਪੁੰਨਾਂ ਤੋਂ ਪਰੇ ਹੈ। ਜੋ ਅਕਾਲ ਪੁਰਖ ਸੁਆਮੀ ਮਾਲਕ ਹੈ ਉਹ ਉਸ ਨੂੰ ਕਿਸੇ ਕਿਸਮ ਦਾ ਪਾਪ ਪੁੰਨ ਨਹੀਂ ਲੱਗਦਾ। ਹਮ ਦਾਸੇ तुम ठाकुर मेरे, हे महाराज हम असी तां तुहाडे दासे हाँ सेवक हाँ। तुम ठाकुर मेरे, तुसी साडे ठाकुर मालक हो। मान महत नानक प्रभ तेरे। सतगुरु गुरु अर्जन देव महाराज जी कथन करते हैं कि हे प्रभु जी साडा मान सत्कार अते वडियाई तेरे करके ही है। गुरु अर्जन देव महाराज जी कहन लगे कि हे प्रभु जी साडा मान सत्कार अते महत वडियाई तेरे करके ही है। हे प्रभु आप जी ते ही साडा मान है ते ब्रह्म ज्ञान दा महत वड्डा आनंद है। श्री गुरु अर्जन देव महाराज जी कथन करते हैं कि हे प्रभु जो गुरता गद्दी दी महत वडियाई प्राप्त कीती है ये भी तेरी ही है, अते जो संगतां विच मान सत्कार होना है ये भी तेरा ही है। जो ब्रह्म दा एकता वाला स्वरूप वड्डी वडियाई है ये भी प्रभु तेरे वल्लों ही प्राप्त होई है। गौड़ी महला पंजवा। दुर्लभ दे पाई बडभागी, नाम न जपहे ते आत्म घाती। मर ना जाहि जिन ना बिसरत राम, नाम बिहूण जीवन कौन काम। रहाओ खात पीत खेलत हस्त बिसथार, कावन अर्थ मृतक शीगार। जो ना सुन है जस परमानंदा, पस पंखी तिरगिद जोन ते मंदा। कहो नानक गुर मंत्र दृढ़ाया, केवल नाम रिद माहे समाया। कहो नानक गुर मंत्र दृढ़ाया, केवल नाम रिद माहे समाया। गौड़ी राग दे अंदर गुरु अर्जन देव महाराज जी बड़े ही विस्तार दे नाल इस जीव नूं उपदेश द्वारा समझा रहे हैं। बाणी बड़ा समझाउंदी है पर इस मनुख दा मन बड़ा कठोर है, पत्थर दी तरह भिजदा नहीं। कि बाणी बड़े ही उपदेश द्वारा समझा रही है कि जे जीव का मन नाम दे वल लग जाए। महाराज जी कहन लगे दुर्लभ दे पाई वडभागी, कि हे भाई दुर्लभ बड़ी कठिनाई नाल लभण वाली दे मनुखा दे ही। पाई वडभागी वड्डिया भागां करके पाउणा कीती है। दुर्लभ दे पाई वडभागी, हे भाई दुर्लभ बड़ी कठिनाई नाल लभण वाली मनुखा दे ही वड्डिया भागां करके पाउणा कीती है। पर इहदे विच करना की है? जो देही मिली है मनुखा देही वड्डिया भागां करके मिली है। नाम ना जपहे ते आत्म घाती,
ਜੋ ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ, ਉਹ ਪੁਰਸ਼ ਆਤਮ ਘਾਤੀ ਖੁਦਕਸ਼ੀ ਕਰਨ ਵਾਲੇ ਹਨ। ਭਾਵ ਨਾਮ ਤੋਂ ਹੀਣੇ ਪੁਰਸ਼ ਆਪਣੇ ਆਪ ਨੂੰ ਆਪ ਹੀ ਮਾਰ ਕੇ ਮਰ ਜਾਣ। ਆਤਮ ਘਾਤੀ ਬਾਰੇ ਹੋਰ ਵੀ ਵਿਚਾਰ ਆਉਂਦੀ ਹੈ। ਆਤਮ ਘਾਤੀ ਹੈ ਜਗਤ ਕਸਾਈ, ਕਿ ਭਾਵ ਸਾਰੇ ਜਗਤ ਨੂੰ ਮਾਰਨ, ਜਿੰਨਾ ਪਾਪ ਖੁਦਕਸ਼ੀ ਕਰਨ ਵਾਲੇ ਨੂੰ ਲੱਗਦਾ ਹੈ। ਸਾਰੇ ਜਗਤ ਨੂੰ ਮਾਰਨ ਜਿੰਨਾ ਪਾਪ ਆਪਣੇ ਆਪ ਨੂੰ ਮਾਰਨ ਵਾਲੇ ਨੂੰ ਲੱਗਦਾ ਹੈ। ਅਤੇ ਜੇ ਨਾਮ ਨਹੀਂ ਜਪਦਾ ਫਿਰ ਆਤਮ ਘਾਤੀ ਕਿਹਾ ਮਹਾਰਾਜ ਜੀ ਨੇ। ਦੁਲੱਭ ਦੇ ਪਾਈ ਵਡਭਾਗੀ, ਨਾਮ ਨ ਜਪੇ ਤੇ ਆਤਮ ਘਾਤੀ। ਹੇ ਭਾਈ, ਬੜੀ ਕਠਿਨਾਈ ਨਾਲ ਲੱਭਣ ਵਾਲੀ ਮਨੁੱਖਾ ਦੇ ਹੀ ਵੱਡਿਆਂ ਭਾਗਾਂ ਕਰਕੇ ਪਾਉਣਾ ਕੀਤੀ ਹੈ। ਨਾਮ ਨਾ ਜਪੇ, ਜੋ ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਹੀ ਦੇਹੀ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ ਤੇ ਆਤਮ ਘਾਤੀ, ਉਹ ਪੁਰਸ਼ ਆਤਮ ਘਾਤੀ ਖੁਦਕਸ਼ੀ ਕਰਨ ਵਾਲੇ ਹਨ। ਭਾਵ ਨਾਮ ਤੋਂ ਹੀਣੇ ਪੁਰਸ਼ ਆਪਣੇ ਆਪ ਨੂੰ ਆਪ ਹੀ ਮਾਰ ਕੇ ਮਰ ਜਾਣ। ਆਤਮ ਘਾਤੀ ਬਾਰੇ ਹੋਰ ਵੀ ਵਿਚਾਰ ਆਉਂਦੀ ਹੈ। ਆਤਮ ਘਾਤੀ ਹੈ ਜਗਤ ਕਸਾਈ, ਭਾਵ ਸਾਰੇ ਜਗਤ ਨੂੰ ਮਾਰਨ ਜਿੰਨਾ ਪਾਪ ਖੁਦਕਸ਼ੀ ਕਰਨ ਵਾਲੇ ਨੂੰ ਲੱਗਦਾ ਹੈ। ਮਰਨਾ ਜਾਹੀ ਜਿੰਨਾ ਬਿਸਰਤ ਰਾਮ, ਮਰਨਾ ਜਾਹੀ ਜਿੰਨਾ ਬਿਸਰਤ ਰਾਮ। ਹੈ ਭਾਈ, ਜਿਨ੍ਹਾਂ ਨੂੰ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਬਿਸਰਤ ਜਾਂਦਾ ਹੈ, ਭੁੱਲ ਜਾਂਦਾ ਹੈ, ਉਹ ਮਰ ਕਿਉਂ ਨਾ ਜਾਹੀ, ਮਰ ਕਿਉਂ ਨਹੀਂ ਜਾਂਦੇ, ਭਾਵ ਜਿਉਂਦੇ ਕਿਸ ਲਈ ਹਨ। ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ। ਹੈ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਬਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਉਹ ਮਰ ਕਿਉਂ ਨਹੀਂ ਜਾਂਦੇ, ਭਾਵ ਜਿਉਂਦੇ ਕਿਸ ਲਈ ਹਨ। ਨਾਮ ਬਿਹੂਨ ਜੀਵਨ ਕੌਣ ਕਾਮ। ਪਰਮੇਸ਼ਰ ਦੇ ਨਾਮ ਤੋਂ ਬਿਹੂਣ ਬਿਨਾ ਜੋ ਜਿਉਣਾ ਹੈ, ਉਹ ਕੌਣ ਕਿਸ ਕੰਮ ਹੈ, ਭਾਵ ਨਿਸਫਲ ਹੈ। ਨਾਮ ਬਿਹੂਣ ਜੀਵਨ ਕੌਣ ਕਾਮ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੋ ਜੀਵਨ ਜਿਉਣਾ ਹੈ, ਉਹ ਕਿਸ ਕੰਮ ਹੈ, ਭਾਵ ਕਿਸੇ ਕੰਮ ਨਹੀਂ, ਨਿਸਫਲ ਜਾਂਦਾ ਹੈ। ਰਹਾਓ, ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਇਹ ਜੀਵ ਕਰਦਾ ਕੀ ਹੈ। ਖਾਤ ਪੀਤ ਖੇਲਤ ਹਸਤ ਵਿਸਥਾਰ। ਇਹ ਜੀਵ ਖਾਤ ਖਾਣ, ਪੀਤ ਪੀਣ, ਖੇਲਤ ਖੇਲਣ, ਹਸਤ ਹੱਸਣ ਵਿੱਚ ਹੀ ਵਿਸਥਾਰ, ਫੈਲਾ ਪੂਰਵਕ ਰਾਤ ਦਿਨ ਬਤੀਤ ਕਰੀ ਜਾ ਰਿਹਾ ਹੈ। ਖਾਤ ਪੀਤ ਖੇਲਤ ਹਸਤ ਵਿਸਥਾਰ, ਕਿ ਇਹ ਜੀਵ ਖਾਣ ਪੀਣ ਖੇਲਣ ਹੱਸਣ ਵਿੱਚ ਫੈਲਾ ਪੂਰਵਕ ਰਾਤ ਦਿਨ ਬਤੀਤ ਕਰੀ ਜਾ ਰਿਹਾ ਹੈ। ਇਹ ਜੀਵ ਬੜੇ ਚਾਵਾਂ ਨਾਲ ਖਾਂਦਾ ਹੈ, ਬਹੁਤ ਹੀ ਰਸਾਂ ਕਸਾਂ ਨੂੰ ਪੀ ਰਿਹਾ ਹੈ, ਪਰਿਵਾਰ ਦੇ ਮੋਹ ਵਿੱਚ ਫਸ ਕੇ ਖੇਲਤ ਖੇਡਾਂ ਕਰ ਰਿਹਾ ਹੈ। ਇਸ ਪ੍ਰਕਾਰ ਵਿਸਥਾਰ ਫੈਲਾ ਪੂਰਵਕ ਰਾਤ ਦਿਨ ਹਾਸਾ ਹੀ ਇਸ ਦਾ ਬੰਦ ਨਹੀਂ ਹੁੰਦਾ। ਮਹਾਰਾਜ ਜੀ ਕਹਿਣ ਲੱਗੇ, ਕਾਬਨ ਅਰਥ ਮਿਰਤਕ ਸੀਗਾਰ। ਪਰ ਇਹ ਸਭ ਕੁਝ ਹੀ ਨਿਸਫਲ ਹੈ, ਕਿਉਂਕਿ ਜਿਵੇਂ ਕਿਸੇ ਮ੍ਰਿਤਕ, ਜਿਵੇਂ ਕਿਸੇ ਮਰੇ ਹੋਏ ਆਦਮੀ ਨੂੰ, ਮੁਰਦੇ ਨੂੰ ਫੁੱਲਾਂ ਦੇ ਹਾਰ ਫੁੱਲਾਂ ਦੇ ਹਾਰ ਪਾ ਕੇ ਸਜਾਉਣਾ ਕਰੀਏ ਜਾਂ ਟਿੱਕਾ ਲਾ ਕੇ ਸਜਾਉਣਾ ਕਰੀਏ, ਕੰਠਾ ਗਲ ਵਿੱਚ ਪਾ ਕੇ ਸਜਾਉਣਾ ਕਰੀਏ, ਤਾਂ ਉਹ ਕਿਸ ਅਰਥ ਹੈ, ਕਿਸ ਕੰਮ ਹੈ, ਭਾਵ ਨਿਸਫਲ ਹੈ। ਇਸੇ ਤਰ੍ਹਾਂ ਇਸ ਦਾ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਨਾਮ ਤੋਂ ਬਿਨਾਂ ਮੁਰਦੇ ਦੀ ਤਰ੍ਹਾਂ ਬੇਅਰਥ ਜਾ ਰਿਹਾ ਹੈ। ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਭੈਰੋ ਰਾਗ ਦੇ ਅੰਦਰ ਸਮਝਾਉਣਾ ਕੀਤਾ ਹੈ, ਜੇ ਮ੍ਰਿਤਕ ਕੋ ਚੰਦਨ ਚੜਾਵੈ
उस ते कहो कावन फल पावै, जे मृतक को बिष्टा महे रुलाई, तां मृतक का क्या घट जाई। जे मृतक को चंदन चढ़ावै, जे मरे होए नूं चंदन दियां लकड़ां दे विच जालिया जावे, उस ते कहो कवन फल पावै, उसनूं की फल प्राप्त होना है। जद जिउंदे ने नाम नहीं जपिया ते फिर मरे नूं कोई फल प्राप्त नहीं हुंदा, किन्ना भी चंदन दियां लकड़ां दे विच उस नूं साड़िया जावे। जे मृतक को बिष्टा माहे रलाई, जे मरे होए नूं गंदगी दे विच भी रलाया जाए, तां मृतक का क्या घट जाई, तां फिर उसदा कुछ नहीं घटदा। पर नाम जपिया होवे तां उस नूं वाहवा हुंदी है। महाराज जी अगे समझा रहे हैं, जो ना सुनहे जस परमानंदा, जो ना सुनहे जस परमानंदा, जो जेड़े परमानंद ਵੱਡੇ आनंद स्वरूप परमेश्वर दे जस परमेश्वर दे कीर्तन नूं नहीं सुनते, पस पंखी तिरगद जोन ते मंदा, कि ओह पुरस पशुआं पंछियां, तिरगद हुंदा टेढ़ियां जूना, भाव सप किरलियां आदਿਕ ਤੋਂ भी मंदा बुरे भैड़े हन। ਜਿਹੜੇ परमेश्वर दे जस नूं कीर्तन नूं नहीं सुनते, उस दी सिफत सलाह वडियाई नहीं सुनते, ओह पुरस पस पंखी तिरगद जोन ते मंदा, ओह पुरस पशुआं पंछियां तिरगद टेढ़ियां जूना, भाव सप किरलियां तो भी मंदा बुरे भैड़े हन। जो परमेश्वर दे जस नूं नहीं सुनते, ओह पशु पंछी अते तिरगद टेढ़ियां जूनां नूं भोगदे हन। फिर 84 ਲੱਖ जून का जिहड़ा चक्कर है इस नूं मिल जाता है। कहो नानक गुर मंत्र दृढ़ाया, सतगुरु जी कहो कथन करते हैं कि सतगुरां ने सानू मंत्र सानू उपदेश दे के अमृत नाम दृढ़ाया, दृढ़ कराया है, परपक्क कराया है। गुरु अर्जन देव महाराज जी कथन करते हैं कि सतगुरां ने सानू उपदेश दे के नाम दृढ़ करवाया है, परपक्क करवाया है। इस करके केवल नाम रिद माहे समाया, इस करके केवल सिर्फ महाराज जी का नाम ही मिलिया होया है कि केवल मुक्ति देने वाला नाम ही साडे रिद साडे हिरदे विच समाया होया है, मिलिया होया है। कि सानू सतगुरां ने उपदेश दे के अमृत नाम दृढ़ करवाया है, परपक्क कराया है कि सब तो वड्डा सतगुर परमेश्वर का नाम ही है, कि नाम जपण दे नाल ही उद्धार होना है। अगले शब्द दे अंदर महाराज जी गुरु अर्जन देव जी कथन करते हैं कि श्री गुरु अर्जन देव साहब महाराज जी जदों श्री ਅੰਮ੍ਰਿਤਸਰ साहब विखे निवास कर रहे सन, उत्थे एक शाहूकार दा पुत्र गुजर गया। पुत्र दे मोह करके रोणों ना हटे शाहूकार, उस दे संबंधी उसनूं गुरु जी दे कोल लैके आए। कहन लगे कि महाराज इसदा पुत्र गुजर गया है, जिस दे मोह करके रोणों नहीं हटदा है, आप जी इसनूं सिक्ख्या दिओ। गुरु जी ने कहा कि हे भाई तू की चाहुंदा है। उसने कहा कि महाराज किरपा करके मैनू एक बार मेरे पुत्र की रूह नूं बुला के उसके दर्शन करा दिओ। ये सुन के सर्ब शक्तिमान सतगुरु जी ने उसके पुत्र की रूह नूं बुला के उसके सामने खड़ा कर दिता। जदों सामने खड़ा वेख्या तां शाहूकार ने कहा कि तू मेरा पुत्र है, तां ओह रूह कहन लगी कि मैं किसी का पुत्र नहीं हाँ, जो शरीर सी ओह तेरा पुत्र सी, तू क्यों मोह करदा है। कई बार तू मेरा पुत्र बनया है ते कई बार मैं तेरा पुत्र बनया हाँ,
ਇਹ ਸੁਣ ਕੇ ਵੀ ਸ਼ਾਹੂਕਾਰ ਦਾ ਮੋਹ ਨਾ ਟੁੱਟਿਆ। ਉਸ ਦਾ ਮੋਹ ਤੋੜਨ ਵਾਸਤੇ ਸਤਿਗੁਰੂ ਜੀ ਨੇ ਫਿਰ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਮਝਾਉਣਾ ਕੀਤਾ। ਕਾਕੀ ਮਾਈ ਕਾਕੋ ਬਾਪ, ਨਾਮ ਧਰੀਕ ਝੂਠੇ ਸਭ ਸਾਕ। ਮਹਾਰਾਜ ਜੀ ਕਹਿਣ ਲੱਗੇ, ਕਾਕੀ ਮਾਈ ਕਾਕੋ ਬਾਪ, ਨਾਮ ਧਰੀਕ ਝੂਠੇ ਸਭ ਸਾਕ। ਹੇ ਭਾਈ, ਕੌਣ ਕਾ ਦੀ ਮਾਈ ਮਾਂ ਹੈ, ਕੌਣ ਕਿਸੇ ਦਾ ਬਾਪ ਪਿਤਾ ਹੈ, ਕਿ ਇਹ ਸਾਰੇ ਰਿਸ਼ਤੇਦਾਰ ਝੂਠੇ ਅਤੇ ਨਾਮ ਧਰੀਕ ਨਾਮ ਮਾਤਰ ਹੀ ਹਨ। ਵਾਸਤਵ ਵਿੱਚ ਕੋਈ ਨਹੀਂ ਹੈ। ਭਾਵ ਸਰੀਰ ਦੇ ਹੀ ਮਾਤਾ ਪਿਤਾ ਹਨ। ਜਿਸ ਵੇਲੇ ਸਰੀਰ ਵਿੱਚੋਂ ਰੂਹ ਨਿਕਲ ਜਾਂਦੀ ਹੈ ਤਾਂ ਮੁਰਦੇ ਦਾ ਨਾ ਮਾਂ ਹੈ ਨਾ ਪਿਓ ਹੈ। ਮੁਰਦੇ ਦਾ ਫਿਰ ਕੁਝ ਨਹੀਂ, ਨਾ ਮਾਂ ਹੈ ਨਾ ਪਿਓ ਹੈ ਅਤੇ ਨਾ ਹੀ ਕੋਈ ਸਾਕ ਸੰਬੰਧੀ ਹੈ। ਇਹ ਤਾਂ ਇੱਕ ਨਾਮ ਮਾਤਰ ਹੀ ਰੱਖਿਆ ਹੋਇਆ ਹੈ ਕਿ ਸਾਡੇ ਮਾਂ ਪਿਓ ਹਨ, ਸਾਕ ਸੰਬੰਧੀ ਹਨ। ਐਵੇਂ ਝੂਠੇ ਐਵੇਂ ਅਣ ਹੋਏ ਬਣਾਏ ਹੋਏ ਹਨ। ਕਾਹੇ ਕੋ ਮੂਰਖ ਪਖਲਾਇਆ, ਹੇ ਮੂਰਖ ਬੇਸਮਝਾ, ਫਿਰ ਤੂੰ ਕਾਹੇ ਕਿਸ ਵਾਸਤੇ ਪਖਲਾਇਆ ਬਰੜਾਉਂਦਾ ਪਿਆ ਹੈ, ਤੂੰ ਕਿਉਂ ਭਟਕਣਾ ਕੀਤਾ ਹੈ। ਇਹ ਤਾਂ ਪੂਰਬਲੇ ਕਰਮਾਂ ਦੇ ਸੰਜੋਗ ਸੰਬੰਧ ਕਰਕੇ ਮਾਂ ਪਿਓ ਪੁੱਤਰ ਸੰਬੰਧੀ ਆਦਿਕ ਮਿਲੇ ਹਨ। ਪਰਮੇਸ਼ਰ ਦੇ ਹੁਕਮ, ਪਰਮੇਸ਼ਰ ਦੇ ਆਗਿਆ ਕਰਕੇ ਤੂੰ ਇੱਥੇ ਆਉਣਾ ਕੀਤਾ ਹੈ। ਪਰਮੇਸ਼ਰ ਦੇ ਹੁਕਮ ਦੁਆਰਾ ਇਹ ਪੂਰਬਲੇ ਕਰਮਾਂ ਦੇ ਸੰਜੋਗ ਕਰਕੇ ਤੈਨੂੰ ਮਨੁੱਖਾਂ ਦੇ ਹੀ ਮਿਲੀ ਹੈ ਅਤੇ ਤੂੰ ਸੰਸਾਰ ਵਿੱਚ ਆਇਆ ਹੈ। ਰਹਾਉ ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਸ ਪ੍ਰਕਾਰ ਇੱਕ ਪਿੰਡ ਵਿੱਚ ਇੱਕ ਪੰਡਤ ਰਹਿੰਦਾ ਸੀ, ਜੋ ਜੋਤਸ਼ੀ ਵੀ ਸੀ। ਉਸ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਉਸ ਜੋਤਸ਼ੀ ਪੰਡਤ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਨੇ ਇੱਕ ਪੰਡਤ ਦੇ ਪਿਛਲੇ ਜਨਮ ਦੇ 1000 ਰੁਪਏ ਦੇਣੇ ਸਨ। ਪੁੱਤਰ ਨੇ ਕਿ ਪੁੱਤਰ ਨੇ ਪੰਡਤ ਦੇ ਪਿਛਲੇ ਜਨਮ ਦੇ 1000 ਰੁਪਏ ਦੇਣੇ ਸਨ। ਪੰਡਤ ਨੇ ਆਪਣੀ ਜੋਤਿਸ਼ ਵਿਦਿਆ ਨਾਲ ਵੇਖਿਆ ਤਾਂ ਕਿਹਾ ਕਿ ਕੋਈ ਨਹੀਂ ਵੱਡਾ ਹੋ, ਕਿਹਾ ਕਿ ਕੋਈ ਨਹੀਂ ਵੱਡਾ ਹੋ ਕੇ ਕਮਾ ਕੇ ਦੇ ਦੇਵੇਗਾ ਤਾਂ ਹੀ ਇਸ ਦੀ ਮੌਤ ਹੋਵੇਗੀ। ਇਹ ਸੋਚ ਕੇ ਉਹ ਪੁੱਤਰ ਦੇ ਮੋਹ ਵਿੱਚ ਫਸ ਕੇ ਬੜੇ ਲਾਡ ਪਿਆਰ ਨਾਲ ਉਸ ਨੂੰ ਪਾਲਣ ਲੱਗ ਪਿਆ। ਜਦੋਂ ਬੱਚਾ ਥੋੜ੍ਹਾ ਵੱਡਾ ਹੋਇਆ ਤਾਂ ਸੰਬੰਧੀਆਂ ਨੇ ਉਸ ਬੱਚੇ ਨੂੰ 1000 ਰੁਪਏ ਦਿੱਤੇ। ਜੈਸੇ ਸਲਾਮੀ ਦਿੰਦੇ ਹਾਂ 100-100 ਰੁਪਈਆ, ਸੰਬੰਧੀਆਂ ਨੇ ਰਿਸ਼ਤੇਦਾਰਾਂ ਨੇ 1000 ਰੁਪਏ ਦਿੱਤੇ ਉਸ ਬੱਚੇ ਨੂੰ, ਤਾਂ ਲੜਕਾ ਉਸੇ ਵੇਲੇ ਹੀ ਮਰ ਗਿਆ। ਫਿਰ ਇੱਕ ਹੋਰ ਲੜਕਾ ਪੈਦਾ ਹੋਇਆ। ਉਸ ਨੇ ਪੰਡਤ ਤੋਂ 1000 ਲੈਣੇ ਸਨ, ਇਸ ਨੇ ਦੇਣੇ ਸਨ, ਉਸ ਨੇ ਲੈਣੇ ਸਨ। ਜਦੋਂ ਪੰਡਤ ਨੇ 1000 ਰੁਪਏ ਬੱਚੇ ਦੀ ਖੁਸ਼ੀ ਵਿੱਚ ਖਰਚ ਕਰ ਦਿੱਤੇ ਤਾਂ ਪੁੱਤਰ ਉਸੇ ਸਮੇਂ ਗੁਜ਼ਰ ਗਿਆ, ਕਿਉਂਕਿ ਖਰਚ ਬੱਚੇ ਦੀ ਪੈਦਾ ਹੋਣ ਦੀ ਖੁਸ਼ੀ ਵਿੱਚ ਹੋਇਆ ਸੀ। ਇਸ ਪ੍ਰਕਾਰ ਪੂਰਬਲੇ ਲੈਣੇ ਦੇਣੇ ਦੇ ਸੰਜੋਗਾਂ ਕਰਕੇ ਪਰਮੇਸ਼ਰ ਦੇ ਹੁਕਮ ਦੁਆਰਾ ਮਿਲ ਕੇ ਜੀਵ ਸੰਸਾਰ ਵਿੱਚ ਆਇਆ ਹੈ। ਇੱਥੇ ਲੈਣਾ ਦੇਣਾ ਪੂਰਾ ਕਰ ਰਿਹਾ ਹੈ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ। ਮਹਾਰਾਜ ਜੀ ਕਹਿਣ ਲੱਗੇ, ਏਕਾ ਮਾਟੀ ਏਕਾ ਜੋਤ। ਸਾਰਿਆਂ ਜੀਵਾਂ ਦੇ ਸਰੀਰ ਇੱਕੋ ਹੀ ਮਾਟੀ ਮਿੱਟੀ ਆਦਿਕ 5 ਤੱਤਾਂ ਦੇ ਬਣੇ ਹੋਏ ਹਨ ਅਤੇ ਏਕਾ ਜੋਤ ਸਾਰਿਆਂ ਦੇ ਅੰਦਰ ਏਕਾ ਇੱਕੋ ਹੀ ਚੇਤਨ ਸਤਾ ਰੂਪ ਜੋਤ ਵਿਆਪਕ ਹੈ। ਏਕੋ ਪਵਨ ਕਹਾਂ ਕੌਣ ਰੋਤ। ਸਾਰਿਆਂ ਦੇ ਅੰਦਰੋਂ ਇੱਕੋ ਹੀ, ਸਾਰਿਆਂ ਦੇ ਅੰਦਰ ਇੱਕੋ ਹੀ ਪਵਨ ਹਵਾ ਸਵਾਸ ਰੂਪ ਬਣੀ ਹੋਈ ਹੈ। ਤੇਰੇ ਅੰਦਰ ਉਸ ਦੀ ਜੋਤੀ ਤੋਂ ਬਿਨਾ ਕੌਣ ਹੈ। ਹੇ ਜੀਵ, ਤੇਰੇ ਅੰਦਰ ਉਸ ਪਰਮੇਸ਼ਰ ਦੀ ਜੋਤ ਤੋਂ ਬਿਨਾ ਕੌਣ ਹੈ। ਫਿਰ ਵਿਚਾਰ ਕਰਕੇ ਦੱਸ
कि कहाँ कौन रोत, कि कहाँ किस वास्ते, किहड़ा रोंदा है, कौन किस नूं रोंदा है। मेरा मेरा कार बिल लाही, यह पुरस मेरा मेरा करके भाव के मेरा पुत्र है, मेरा संबंधी है, आद करके बिल लाही बिरलाप करदा रहिंदा है। मरणहार एहो जी अरा नाही, पर यह जीअरा जीव आत्मा तां मरणहार मरण वाला नहीं है। जिहड़ी जीव आत्मा है कि यह मरण वाली नहीं है। कहो नानक गुर खोले कपाट, सतगुरु जी कथन करते हैं कि जदों सतगुरां ने आसा तृष्णा 5 कोसां रूपी कपाट तख्ते खोल दिते, मुक्त भये बिनसे भ्रम थाट, के तदों भरम दी बनावट विशेष करके नाश हो जाण ते मुक्त रूप हो गए हाँ। कहो नानक गुर खोले कपाट, मुक्त भये बिनसे भ्रम थाट। गुरु जी कथन करते हैं कि जदों सतगुरां ने आसा तृष्णा 5 कोसां रूपी तख्ते खोल दिते, तदों भरम दी बनावट विशेष करके नाश हो जाण ते मुक्त रूप हो गए हाँ। गौड़ी महला पंजवा। बड़े बड़े जो दिसहे लोग, तिनको व्यापै चिंता रोग, कौन बड़ा माया बड़ियाई, सो बड़ा जिन राम लिव लाई। रहाओ भूमिया भूम ऊपर नित लूजै, छोड़ चलै तृष्णा नहीं बूझै। कहो नानक एहो तत विचारा, बिन हर भजन नाहीं छुटकारा। महाराज जी ने इस शब्द दे विच समझा दिता है, बिना कि बिन हर भजन नाहीं छुटकारा, कि परमेश्वर दे भजन तो बिना छुटकारा नहीं होना। कितने भी इत्थे बड़े बड़े लोग हैं, बड़े दुखी हैं, कि बड़ी चिंता लगी हुई है। गौड़ी राग दे अंदर महाराज जी कथन करते हैं, पंजवें पातशाह गुरु अर्जन देव जी, बड़े बड़े जो दिसहे लोग, जो लोग लोक वड्याइयां करके बड़े महान अते पदार्थां कट करके महान दिस रहे हैं, भी ये बड़े बड़े हैं। तिनको व्यापै चिंता रोग, उन्हां नूं तां चिंता फिकर रूपी रोग व्याप रहा है, कि फिकर चिंता उन्हां नूं चिंबड़िया होया है। बड़े बड़े जो दिसहे लोग, तिनको व्यापै चिंता रोग, जो लोक वड्याई करके महान अते पदार्थां करके महान दिस रहे हैं, उन्हां नूं तां चिंता रूपी रोग व्याप रहे हैं, चिंबड़े हुए हैं, कि कौन बड़ा माया वड्याई। महाराज जी कहन लगे, है भाई आप केड़ा बड़ा है, सब माया दी ही वड्याई है। माया दी वड्याई करके कौन बड़ा हो सकता है, भाव कोई नहीं हो सकता। कि कांसी दे विच एक भंगी रहिंदा सी, कांसी जी दे विच एक भंगी रहिंदा सी। माया वड्याई दी गल है कि वह घाह खोत के गुजारा करदा सी। घाह खोतदे होए नूं एक दिन बहुत सारी माया मिल गई, जिस करके वो एक शाहूकार बन गया। बड़े बड़े मकान बना लए ते घोड़ी उपर चढ़ के जाया करे, क्यों माया दी खेड़ सी, तां लोग उसनूं सलामा करया करन। ओह भंगी अगों कह दिया करे कि ओह कह दिया करे दियांगा, कह दिया करे कि दियांगा। लोग हैरान हो गए
कि इस कोल 4 पैसे ही आ गए, अगों मस्करियां करदा पिया है। लोकां ने पुछया कि की कारण है, तां यह कहण लग्या कि मैं तां ओहो ही घाह खोतण वाला भंगी हाँ। आ देख लो रंबा अते पल्ली मेरे कोल रखी है, यह माया मेरे कोल आ गई है। इस करके लोक मैनू नमस्कार मैनू नमस्कार नहीं करते, ये तां माया नूं करते हैं। मैं तां ये कहदा हाँ कि भाई जो माया है उस नूं जाके तुहाडी नमस्कार कर दियांगा। मैनू तां तुसीं रोटी भी नहीं दिंदे सी, घाह खोत के गुजारा करदा सी, भाव के माया करके ही वडियाई मिली है। आप कौन वड्डा है? महाराज जी कहण लगे, कौन वड्डा माया वडियाई है भाई, आप केड़ा वड्डा है, सब माया दी वडियाई है। जैसे कि भंगी नूं माया करके वडियाई मिलन लगी सी। उधरले पासे बद्दू बहन। महाराज जी कहण लगे, सो वड्डा जिस राम लिव लाई। पर असल विच तां ओहो वड्डा है जिसने रमे होए परमेसर विच बिरती लाउणा कीती है। माया करके वड्डा नहीं हो सकदा। उस परमेसर दी दरगाह दे विच इत्थे माया दी वडियाई है, उथे नाम दी वडियाई है। जो नाम जप के जाएगा उस दी उथे वडियाई होएगी, ते माया वाले नूं उथे किसे ने नहीं पुछना। महाराज जी कहण लगे, सो वड्डा जिन राम लिव लाई। पर असल विच तां ओहो वड्डा है जिसने परमेसर विच बिरती लाउणा कीती है। रहाओ। विश्राम दे के महाराज जी अगे समझा रहे हैं, भूमिया भूम ऊपर नित लूजै। भूमिया जिमींदार लोक, धरती जमीन उत्ते भाव वास्ते निता प्राति झगड़ते रहते हैं। कि जिमींदार लोक धरती वास्ते जमीन वास्ते निता प्रति झगड़ते रहते हैं, लड़ते रहते हैं। छोड़ चलै तृष्णा नहीं बुझै, पर अंत नूं इत्थे ही छड्ड के तुर जाते हैं, चले जाते हैं। पर तृष्णा नहीं बुझदी, पता है कि नाल नहीं जानी। भूमिया भूम ऊपर नित लूजै, छोड़ चलै तृष्णा नहीं बुझै। कि जिमींदार लोक जमीन उत्ते निता प्रति झगड़ते रहते हैं जमीनां वास्ते, अंत नूं इत्थे ही छड्ड के तुर जाते हैं, पर तृष्णा नहीं बुझदी। कहो नानक एहो तत् विचारा। सतगुरु जी कथन करते हैं कि असीं यह तत् सिद्धांत नूं विचारिया है, तत् सिद्धांत नूं विचारिया है। बिन हर भजन नहीं छुटकारा। कि अकाल पुरख दे भजन सिमरन तो कीर्तन तो बगैर किसी का भी संसार के बंधना तो छुटकारा नहीं होवेगा, मुक्ति नहीं प्राप्त होएगी। कहो नानक यह तत् विचारा, बिन हर भजन ना ही छुटकारा। सतगुरु जी कथन करते हैं कि असी ये तत् सिद्धांत नूं विचारिया है कि अकाल पुरख दे भजन तो बिना, कीर्तन तो बिना किसी का भी संसार के बंधना तो छुटकारा नहीं होवेगा, मुक्ति नहीं प्राप्त होएगी। कि भूमिया भूम ऊपर नित लूजै, छोड़ चलै तृष्णा नहीं बूझै। कहो नानक यह तत् विचारा, बिन हर भजन ना ही छुटकारा। कि जिमींदार लोग धरती वास्ते लड़ते झगड़ते रहते हैं, अंत नूं वो धरती इत्थे ही छड्ड जाते हैं, तृष्णा फिर भी बुझदी नहीं। कहो नानक इहो तत् विचारा। सतगुरु जी कथन करते हैं कि असीं ये तत् सिद्धांत नूं विचारिया है कि बिन हर भजन ना ही छुटकारा।
ਕਿ ਅਕਾਲ ਪੁਰਖ ਦੇ ਭਜਨ ਸਿਮਰਨ ਤੋਂ ਬਗੈਰ ਕਿਸੇ ਦਾ ਵੀ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੋਵੇਗਾ। ਗੌੜੀ ਮਹੱਲਾ ਪੰਜਵਾ। ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕਿਸ ਪੂਰਾ ਹਿਰਦੈ ਨਾਮ। ਪੂਰੀ ਰਹੀ ਜਾਂ ਪੂਰੈ ਰਾਖੀ, ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਓ। ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਜੋਗ। ਹਰ ਕੇ ਮਾਰਗ ਪਤਿਤ ਪਨੀਤ, ਪੂਰੀ ਸੋਭਾ ਪੂਰਾ ਲੋਕੀਕ। ਕਰਨ ਹਾਰ ਸਦ ਬਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਮਹਾਰਾਜ ਜੀ ਸਮਝਾ ਰਹੇ ਹਨ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪੂਰਾ ਮਾਰਗ ਪੂਰਾ ਇਸ਼ਨਾਨ, ਕਿ ਜਿਨ੍ਹਾਂ ਨੂੰ ਪੂਰਾ ਪੂਰਨ ਭਾਉ ਭਗਤੀ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਮਾਰਗ ਰਸਤਾ ਪ੍ਰਾਪਤ ਹੋਇਆ ਹੈ। ਪੂਰਾ ਮਾਰਗ ਜਿਨ੍ਹਾਂ ਨੂੰ ਪੂਰਨ ਭਾਉ ਭਗਤੀ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਮਾਰਗ ਹੁੰਦਾ, ਰਸਤਾ ਪ੍ਰਾਪਤ ਹੋਇਆ ਹੈ। ਪੂਰਾ ਇਸ਼ਨਾਨ ਉਹਨਾਂ ਦਾ ਹੀ ਪੂਰਨ ਇਸ਼ਨਾਨ ਹੈ, ਨਹਾਉਣ ਹੈ। ਜਿਨ੍ਹਾਂ ਨੂੰ ਕਿ ਪੂਰਨ ਭਗਤੀ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਰਸਤਾ ਪ੍ਰਾਪਤ ਹੋਇਆ ਹੈ, ਉਹਨਾਂ ਦਾ ਹੀ ਪੂਰਨ ਇਸ਼ਨਾਨ ਹੈ, ਨਹਾਉਣਾ ਹੈ। ਸਭ ਕਿਸ ਪੂਰਾ ਹਿਰਦੈ ਨਾਮ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਹਿਰਦੈ ਨਾਮ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹਨਾਂ ਨੂੰ ਸਭ ਕਿਸ ਪੂਰਾ, ਉਹਨਾਂ ਨੂੰ ਸਾਰਾ ਕੁਝ ਹੀ ਪੂਰਨ ਪ੍ਰਤੀਤ ਹੋ ਰਿਹਾ ਹੈ। ਵਿਦਵਾਨਾਂ ਨੇ 5 ਪ੍ਰਕਾਰ ਦੇ ਇਸ਼ਨਾਨ ਮੰਨੇ ਹਨ। ਇੱਕ ਤਾਂ ਬਿਨਾ ਕੇਸੀ ਇਸ਼ਨਾਨ ਤੋਂ ਗਲ ਤੱਕ ਇਸ਼ਨਾਨ ਕਰਨਾ, ਦੂਸਰਾ ਸਣੇ ਕੇਸੀ ਇਸ਼ਨਾਨ ਕਰਨਾ, ਤੀਸਰਾ ਸਣੇ ਕੱਪੜੇ ਇਸ਼ਨਾਨ ਕਰਨਾ, ਚੌਥਾ ਸਾਧ ਸੰਗਤ ਦੀ ਧੂੜ ਵਿੱਚ ਇਸ਼ਨਾਨ ਕਰਨਾ, ਤੇ ਪੰਜਵਾਂ ਇਸ਼ਨਾਨ ਜੋ ਪਰਮੇਸ਼ਰ ਦੇ ਨਾਮ ਦਾ ਸ਼ਰਾਵਣ ਕਰਨਾ ਹੈ, ਮੰਨਣ ਕਰਨਾ ਹੈ, ਅਧਿਆਸਣ ਕਰਨਾ ਹੈ। ਇਸ ਨਾਲ ਅੰਦਰ ਅਵਿਦਿਆ ਦਾ ਪਰਦਾ ਨਾਸ ਹੋ ਜਾਂਦਾ ਹੈ ਅਤੇ ਅੰਦਰ ਜੋ ਪ੍ਰਾਪਤ ਆਤਮਾ ਰੂਪ ਤੀਰਥ ਹੈ, ਉਸ ਦੇ ਵਿੱਚ ਇਸ਼ਨਾਨ ਕਰਨ ਨਾਲ ਅਵਿਦਿਆ ਰੂਪੀ ਮੈਲ ਨਹੀਂ ਰਹਿੰਦੀ। ਐਸੇ ਇਸ਼ਨਾਨ ਕਰਨ ਵਾਲੇ ਪੁਰਸ਼ ਮੁਕਤ ਹੋ ਜਾਂਦੇ ਹਨ। ਇਹ ਪੂਰਨ ਇਸ਼ਨਾਨ ਹੈ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸੁਣਿਆ ਪਹਿਲਾਂ ਸੁਣਨਾ, ਫਿਰ ਮੰਨਿਆ ਮੰਨਣਾ, ਮਨ ਕੀਤਾ ਭਾਉ, ਤੇ ਮੰਨ ਕੇ ਫਿਰ ਮਨ ਦੇ ਵਿੱਚ ਭਾਉ ਪ੍ਰੇਮ ਕਰਨਾ। ਅੰਤਰਗਤ ਤੇ ਅੰਦਰ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ। ਤੀਰਥ ਮਲ ਨਹਾਓ, ਉਹ ਤੀਰਥ 'ਤੇ ਨਹਾਉਣ ਹੋ ਜਾਂਦਾ ਹੈ। ਅੰਤਰਗਤ ਕਿ ਅੰਦਰ ਪਰਮੇਸ਼ਰ ਦਾ ਨਾਮ ਟਿਕਾ ਕੇ ਜਦੋਂ ਜਪਣਾ ਹੈ, ਫਿਰ ਉਦੋਂ ਤੀਰਥ ਮਲ ਨਹਾਓ ਕਿ ਤੀਰਥ 'ਤੇ ਨਹਾਉਣ ਦਾ ਇਸ਼ਨਾਨ ਹੋ ਜਾਂਦਾ ਹੈ, ਮੈਲ ਲੈ ਜਾਂਦੀ ਹੈ। ਪੂਰੀ ਰਹੀ ਜਾਂ ਪੂਰੈ ਰਾਖੀ, ਜਿਨ੍ਹਾਂ ਦੀ ਪੂਰਨ ਗੁਰੂ ਸਾਹਿਬ ਜੀ ਨੇ ਵਿਕਾਰਾਂ ਅਤੇ ਜਮਾ ਆਦਿਕ ਤੋਂ ਰੱਖਿਆ ਕੀਤੀ ਹੈ, ਉਹਨਾਂ ਦੀ ਹੀ ਪੂਰੀ ਰਹੀ, ਪੂਰੀ ਕਰਨੀ, ਪੂਰੀ ਕਮਾਈ ਰਹਿ ਗਈ ਹੈ। ਪਾਰ ਬ੍ਰਹਮ ਕੀ ਸਰਨ ਜਨ ਤਾਕੀ, ਜਿਨ੍ਹਾਂ ਜਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਸਰਨ, ਪਰਮੇਸ਼ਰ ਦੀ ਪਨਾਹ, ਪਰਮੇਸ਼ਰ ਦੀ ਓਟ ਤੱਕਣਾ ਕੀਤੀ ਹੈ ਕਿ ਪੂਰਾ ਸੁਖ ਪੂਰਾ ਸੰਤੋਖ, ਉਹਨਾਂ ਨੇ ਪੂਰਨ ਆਤਮਾ ਦਾ ਸੁਖ ਪ੍ਰਾਪਤ ਹੋਇਆ ਹੈ। ਉਹਨਾਂ ਨੂੰ ਪੂਰਨ ਆਤਮਾ ਦਾ ਸੁਖ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੇ ਪਰਮੇਸ਼ਰ ਦੀ ਪਨਾਹ
ਤੱਕਣਾ ਕੀਤੀ ਹੈ, ਓਟ ਤੱਕਣਾ ਕੀਤੀ ਹੈ ਕਿ ਉਹਨਾਂ ਨੂੰ ਪੂਰਨ ਆਤਮਾ ਦਾ ਸੁੱਖ ਪ੍ਰਾਪਤ ਹੋਇਆ ਹੈ ਅਤੇ ਸਾਰੀਆਂ ਵਾਸਨਾਵਾਂ ਦਾ ਖੈ ਰੂਪ ਸੰਤੋਖ, ਲੋਭ ਦਾ ਤਿਆਗ ਤੇ ਆਨੰਦ ਪ੍ਰਾਪਤ ਹੋਇਆ ਹੈ। ਪੂਰਾ ਤਪ, ਪੂਰਨ ਰਾਜ ਯੋਗ, ਉਹਨਾਂ ਨੇ ਹੀ ਚਿੱਤ ਨੂੰ ਇਕਾਗਰ ਕਰਨ ਰੂਪ ਪੂਰਨ ਤਪੱਸਿਆ ਕੀਤੀ ਹੈ। ਉਹਨਾਂ ਨੇ ਹੀ ਪੂਰਾ ਤਪ ਕੀਤਾ ਹੈ ਅਤੇ ਉਹ ਪੂਰਨ ਰਾਜ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਗੁਰਾਂ ਦੀ ਸੇਵਾ ਵਿੱਚ ਜੁੜੇ ਹੋਏ ਹਨ। ਉਹ ਰਾਜ ਪ੍ਰਕਾਸ਼ ਸਰੂਪ ਵਿੱਚ ਜੁੜਨੇ ਕਰਕੇ ਪੂਰਨ ਬ੍ਰਹਮਾਨੰਦ ਵਾਲੇ ਹੋਏ ਹਨ। ਸੰਤੋਖ ਦੇ ਇਹ ਲੱਛਣ ਹਨ ਕਿ ਜੈਸਾ ਲਾਭ ਹੋਵੇ ਉਸ ਵਿੱਚ ਹੀ ਸੰਤੁਸ਼ਟ ਰਹਿਣਾ, ਪ੍ਰਸੰਨ ਰਹਿਣਾ। ਹਰ ਕੈ ਮਾਰਗ ਪਤਿਤ ਪਨੀਤ, ਕਿ ਹਰੀ ਪਰਮੇਸ਼ਰ ਦੀ ਭਗਤੀ ਦੇ ਮਾਰਗ, ਭਗਤੀ ਦੇ ਰਸਤੇ 'ਤੇ ਚੱਲਣ ਵਾਲੇ ਪਤਿਤ ਪਾਪੀ ਪੁਰਖ ਵੀ ਪਨੀਤ ਪਵਿੱਤਰ ਹੋ ਜਾਂਦੇ ਹਨ। ਹਰ ਕੈ ਮਾਰਗ ਪਤਿਤ ਪਨੀਤ, ਕਿ ਪਰਮੇਸ਼ਰ ਦੀ ਭਗਤੀ ਦੇ ਰਸਤੇ 'ਤੇ ਚੱਲਣ ਵਾਲੇ ਪਾਪੀ ਪੁਰਸ਼ ਵੀ ਪਨੀਤ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ। ਜਿਵੇਂ ਅਜਾਮਲ, ਗਨਕਾ ਆਦਿ ਵਰਗੇ ਵੀ ਪਵਿੱਤਰ ਹੋ ਗਏ। ਪੂਰੀ ਸੋਭਾ ਪੂਰਾ ਲੌਕੀਕ, ਉਹਨਾਂ ਦੀ ਸੋਭਾ ਇਸ ਸੰਸਾਰ ਵਿੱਚ ਪੂਰੀ ਹੈ ਅਤੇ ਉਹ ਲੌਕੀਕ ਲੋਕ ਪ੍ਰੀਤੀ ਵਿੱਚ ਵੀ ਪੂਰਨ ਹਨ। ਉਹ ਲੌਕੀਕ ਲੋਕ ਰੀਤੀ ਸੰਸਾਰੀ ਮਰਜ਼ਾਦਾ ਵਿੱਚ ਵੀ ਪੂਰਨ ਹਨ ਕਿ ਲੋਕਾਂ ਵਿੱਚ ਕੋਈ ਇੱਕ ਅੱਧਾ ਹੀ ਪੂਰਾ ਹੈ। ਉਹਨਾਂ ਦੀ ਲੋਕਾਂ ਵਿੱਚ ਵੀ ਪੂਰੀ ਸੋਭਾ ਅਤੇ ਉਹ ਪਰਮੇਸ਼ਰ ਵੱਲ ਵੀ ਪੂਰਨ ਹਨ। ਕਰਨ ਹਾਰ ਸਦ ਬਸੈ ਹਦੂਰਾ, ਕਿ ਉਹਨਾਂ ਨੇ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਹਮੇਸ਼ਾ ਹਦੂਰਾ, ਨੇੜੇ ਵਸਦਾ ਜਾਣਿਆ ਹੈ। ਜਿਹੜੇ ਭਗਤੀ ਦੇ ਰਸਤੇ 'ਤੇ ਚੱਲਦੇ ਹਨ ਤੇ ਉਹਨਾਂ ਨੇ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਹਮੇਸ਼ਾ ਨੇੜੇ ਵਸਦਾ ਜਾਣਿਆ ਹੈ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡਾ ਸਤਿਗੁਰੂ ਬ੍ਰਹਮਨੇਸ਼ਟੀ, ਬ੍ਰਹਮ ਸਰੋਤਰੀ ਰੂਪ ਪੂਰਨ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਪੂਰਨ ਹਨ। ਉਹਨਾਂ ਦੀ ਕਿਰਪਾ ਕਰਕੇ ਪਰਮੇਸ਼ਰ ਸਦਾ ਨਿਕਟ ਵਸਦਾ ਜਾਣਿਆ ਹੈ। ਗੌੜੀ ਮਹੱਲਾ ਪੰਜਵਾ। ਸੰਤ ਕੀ ਧੂਰ ਮਿਟੈ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕਾ ਦਰਸ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪੀਐ ਨਾਮ ਰਹਾਉ। ਸੰਤ ਕੈ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੈ ਸਭ ਏਕੰਕਾਰ। ਸੰਤ ਸੋ ਪ੍ਰਸੰਨ ਆਏ ਬਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਕਹੋ ਨਾਨਕ ਜਾਂ ਕਾ ਪੂਰਾ ਕਰਮ, ਤਿਸ ਭੇਟੈ ਸਾਧੂ ਕੈ ਚਰਨ। ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਸੰਤ ਕੀ ਧੂਰ ਮਿਟੈ ਅਗ ਕੋਟ। ਮਹਾਤਮਾ ਜਨਾਂ, ਸਾਤ ਆਤਮਾ ਵਾਲੇ ਗੁਰਾਂ ਦੀ ਚਰਨ ਧੂੜ ਕਰਕੇ ਕਰੋੜਾਂ ਜਨਮਾਂ ਦੇ ਅਗ ਹੁੰਦੇ ਪਾਪ ਮਿਟ ਜਾਂਦੇ ਹਨ। ਸੰਤ ਕੀ ਧੂਰ ਮਿਟੈ ਅਗ ਕੋਟ, ਕਿ ਸਾਤ ਆਤਮਾ ਵਾਲੇ ਗੁਰਾਂ ਦੀ ਚਰਨ ਧੂੜ ਕਰਕੇ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਪਾਪ ਜੋ ਕਿਲਿਆਂ ਦੀ ਨਿਆਈ ਉਸਰੇ ਹੋਏ ਹਨ ਉਹ ਮਿਟ ਜਾਂਦੇ ਹਨ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਜੋ ਸਾਤ ਆਤਮਾ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਜਨਮ ਮਰਨ ਤੋਂ ਛੁਟਕਾਰਾ ਪਾ ਲੈਂਦਾ ਹੈ। ਸੰਤ ਕਾ ਦਰਸ ਪੂਰਨ ਇਸ਼ਨਾਨ,
ਜੋ ਸੰਤ ਮਹਾਤਮਾ ਜਨਾ ਸ਼ਾਂਤ ਆਤਮਾ ਵਾਲੇ ਗੁਰਾਂ ਦਾ ਦਰਸ਼ਨ ਹੀ 68 ਤੀਰਥਾਂ ਦਾ ਪੂਰਾ ਇਸ਼ਨਾਨ ਹੈ, ਪੂਰਾ ਨਹਾਉਣ ਹੈ। ਬ੍ਰਹਮ ਦੀ ਸਖਿਆਤਤਾ ਦਾ, ਬ੍ਰਹਮਾਨੰਦ ਦੀ ਏਕਤਾ, ਅਭੇਦਤਾ ਦਾ ਪੂਰਨ ਇਸ਼ਨਾਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸੰਤ ਕਿਰਪਾ ਤੇ ਜਪੀਐ ਨਾਮ, ਸ਼ਾਂਤ ਚਿੱਤ ਗੁਰੂ ਸਾਹਿਬ ਜੀ ਦੀ ਕਿਰਪਾ ਦਇਆ ਤੋਂ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਸੰਤ ਕੈ ਸੰਗ ਮਿਟਿਆ ਅਹੰਕਾਰ, ਕਿ ਸ਼ਾਂਤ ਆਤਮਾ ਵਾਲੇ ਗੁਰਾਂ ਦੇ ਸੰਗ, ਗੁਰਾਂ ਦੇ ਨਾਲ, ਗੁਰਾਂ ਦੀ ਸੰਗਤ ਕਰਕੇ ਜੀਵਾਂ ਦਾ ਅਹੰਕਾਰ ਮਿਟਿਆ, ਕਿ ਅਹੰਕਾਰ ਮਿਟ ਜਾਂਦਾ ਹੈ। ਤੇ ਸਾਰਿਆਂ ਵਿੱਚ ਏਕੰਕਾਰ ਦ੍ਰਿਸ਼ਟ ਆਵੈ, ਸਭ ਏਕੰਕਾਰ, ਤਾਂ ਸਾਰਿਆਂ ਵਿੱਚ ਏਕੰਕਾਰ, ਇੱਕੋ ਹੀ ਆਕਾਰ ਸਰੂਪ ਬ੍ਰਹਮ ਦੀ ਦ੍ਰਿਸ਼ਟੀ, ਬ੍ਰਹਮ ਦੀ ਨਿਗਾਹ ਵਿੱਚ ਆਉਂਦਾ ਹੈ। ਸੰਤ ਕੈ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੈ ਸਭ ਏਕੰਕਾਰ, ਕਿ ਸ਼ਾਂਤ ਆਤਮਾ ਵਾਲੇ ਗੁਰਾਂ ਦੇ ਨਾਲ, ਗੁਰਾਂ ਦੀ ਸੰਗਤ ਕਰਕੇ ਜੀਵਾਂ ਦਾ ਹੰਕਾਰ ਮਿਟ ਜਾਂਦਾ ਹੈ। ਸਾਰਿਆਂ ਵਿੱਚ ਏਕੰਕਾਰ, ਇੱਕੋ ਹੀ ਆਕਾਰ ਸਰੂਪ ਬ੍ਰਹਮ ਹੀ ਨਿਗਾਹ ਵਿੱਚ ਆਉਂਦਾ ਹੈ। ਸੰਤ ਸੋ ਪ੍ਰਸੰਨ ਆਏ ਬਸ ਪੰਚਾ, ਜਿਨ੍ਹਾਂ ਉੱਤੇ ਭਲੀ ਪ੍ਰਕਾਰ ਮਹਾਂਪੁਰਖ ਸ਼ਾਂਤ ਆਤਮਾ ਵਾਲੇ ਗੁਰੂ ਪ੍ਰਸੰਨ ਹੋ ਗਏ ਹਨ, ਖੁਸ਼ ਹੋ ਗਏ ਹਨ। ਆਏ ਬਸ ਪੰਚਾ, ਉਹਨਾਂ ਦੇ ਪੰਚਾ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸ ਆ ਜਾਂਦੇ ਹਨ, ਅਧੀਨ ਹੋ ਜਾਂਦੇ ਹਨ। ਅੰਮ੍ਰਿਤ ਨਾਮ ਹਿਰਦੈ ਲੈ ਸੰਚਾ, ਕਿ ਸਤਿਗੁਰਾਂ ਨੇ ਅੰਮ੍ਰਿਤ ਨਾਮ ਲੈ ਕੇ ਸਿੱਖ ਦੇ ਹਿਰਦੇ ਵਿੱਚ ਸੰਚ ਦਿੱਤਾ ਹੈ, ਇਕੱਤਰ ਕਰ ਦਿੱਤਾ ਹੈ। ਉਹਨਾਂ ਨੇ ਸੰਤਾਂ ਗੁਰਾਂ ਕੋਲੋਂ ਅੰਮ੍ਰਿਤ ਨਾਮ ਲੈ ਕੇ ਹਿਰਦੇ ਵਿੱਚ ਇਕੱਤਰ ਕਰ ਲਿਆ ਹੈ। ਕਹੋ ਨਾਨਕ ਜਾਂ ਕਾ ਪੂਰਾ ਕਰਮ, ਤਿਸ ਭੇਟੇ ਸਾਧੂ ਕੇ ਚਰਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਦਾ ਪੂਰਬਲੇ ਜਨਮਾਂ ਦਾ ਨਿਸ਼ਕਾਮ ਕਰਮ ਪੂਰਨ ਹੈ, ਤਿਸ ਭੇਟੇ ਸਾਧੂ ਕੇ ਚਰਨ, ਉਹਨਾਂ ਨੂੰ ਸਾਧੂ ਮਹਾਂਪੁਰਖਾਂ ਸ੍ਰੇਸ਼ਟ ਗੁਰਾਂ ਦੇ ਚਰਨ ਪਰਸਣੇ ਮਿਲਦੇ ਹਨ। ਗੌੜੀ ਮਹੱਲਾ ਪੰਜਵਾ। ਹਰ ਗੁਣ ਜਪਤ ਕਮਲ ਪਰਗਾਸੇ, ਹਰ ਸਿਮਰਤ ਤਰਾਸ ਸਭ ਨਾਸੇ। ਸਾਮਤ ਪੂਰੀ ਜਿਤ ਹਰ ਗੁਣ ਗਾਵੈ, ਵੱਡਾ ਭਾਗ ਸਾਧੂ ਸੰਗ ਪਾਵੈ ਰਹਾਉ। ਸਾਧ ਸੰਗ ਪਾਈਐ ਨਿਧ ਨਾਮਾ, ਸਾਧ ਸੰਗ ਪੂਰਨ ਸਭ ਕਾਮਾ। ਹਰ ਕੀ ਭਗਤ ਜਨਮ ਪਰਵਾਣ, ਗੁਰ ਕਿਰਪਾ ਤੇ ਨਾਮ ਬਖਾਣ। ਕਹੋ ਨਾਨਕ ਸੋ ਜਨ ਪਰਵਾਨ, ਜਾਂ ਕੈ ਹਿਰਦੈ ਬਸੈ ਭਗਵਾਨ। ਕਹੋ ਨਾਨਕ ਸੋ ਜਨ ਪਰਵਾਨ, ਜਾਂ ਕੈ ਹਿਰਦੈ ਬਸੈ ਭਗਵਾਨ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬਾਣੀ ਦੁਆਰਾ ਉਪਦੇਸ਼ ਦੇ ਰਹੇ ਹਨ, ਸਮਝਾ ਰਹੇ ਹਨ ਗੌੜੀ ਰਾਗ ਦੇ ਅੰਦਰ। ਹਰ ਗੁਣ ਜਪਤ, ਕਿ ਹਰੀ ਅਕਾਲ ਪੁਰਖ ਦੇ ਗੁਣ, ਗੁਣਾਂ ਨੂੰ ਜਪੀਏ, ਭਾਵ ਗੁਣਾਂ ਨੂੰ ਗਾਈਏ, ਤਾਂ ਕਮਲ ਪ੍ਰਗਾਸੈ, ਹਿਰਦਾ ਕਮਲ ਪ੍ਰਗਾਸੈ, ਖਿੜ ਆਉਂਦਾ ਹੈ। ਜੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਜਪੀਏ, ਭਾਵ ਗਾਈਏ, ਤਾਂ ਹਿਰਦਾ ਕਮਲ ਪ੍ਰਗਾਸੈ, ਖਿੜ ਆਉਂਦਾ ਹੈ। ਭਾਵ ਅਵਿਦਿਆ ਰੂਪੀ ਰਾਤਰੀ ਦੇ ਹਟਣ ਕਰਕੇ, ਗਿਆਨ ਰੂਪੀ ਸੂਰਜ ਦੇ ਚੜ੍ਹਨ ਕਰਕੇ ਹਿਰਦਾ ਕਾਬਲ ਖਿੜ ਆਉਂਦਾ ਹੈ। ਹਰ ਸਿਮਰਤ ਤਰਾਸ ਸਭ ਨਾਸੈ, ਕਿ ਹਰੀ ਪਰਮੇਸ਼ਰ ਦਾ ਸਿਮਰਨ ਕਰਕੇ ਸਭ ਪ੍ਰਕਾਰ ਦਾ ਤਰਾਸ ਭੈ ਡਰ ਨਾਸ ਹੋ ਜਾਂਦਾ ਹੈ। ਕਿ ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਜਪੀਏ, ਭਾਵ ਗਾਈਏ, ਤਾਂ ਹਿਰਦਾ ਕਮਲ ਖਿੜ ਆਉਂਦਾ ਹੈ।
ਕਿ ਹਰੀ ਪਰਮੇਸ਼ਰ ਦਾ ਸਿਮਰਨ ਕਰਕੇ ਸਭ ਪ੍ਰਕਾਰ ਦਾ ਤਰਾਸ ਹੁੰਦਾ, ਡਰ ਭੈ ਨਾਸ ਹੋ ਜਾਂਦਾ ਹੈ। ਸਾਮਤ ਪੂਰੀ ਜਿਤ ਹਰ ਗੁਣ ਗਾਵੈ, ਕਿ ਸਾ ਉਹ ਹੀ ਮਤ ਉਹ ਹੀ ਬੁੱਧੀ ਪੂਰਨ ਹੈ। ਜਿਤ ਹਰ ਗੁਣ ਗਾਵੈ, ਜਿਤ ਜਿਸ ਨਾਲ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਈਂਦਾ ਹੈ। ਜਿਸ ਮਤ ਦੇ ਨਾਲ ਹਰੀ ਦੇ ਗੁਣਾਂ ਨੂੰ ਗਾਈਂਦਾ ਹੈ, ਉਹ ਹੀ ਮਤ ਉਹ ਹੀ ਬੁੱਧੀ ਪੂਰਨ ਹੈ। ਜਿਸ ਨਾਲ ਹਰੀ ਦੇ ਗੁਣ ਗਾਏ ਜਾਣ, ਉਹ ਹੀ ਪੂਰਨ ਮਤ ਪੂਰਨ ਸਿੱਖਿਆ ਹੈ। ਵੱਡਾ ਭਾਗ ਸਾਧੂ ਸੰਗ ਪਾਵੈ, ਇਹ ਦਾਤ ਵੱਡਿਆਂ ਭਾਗਾਂ ਕਰਕੇ ਮਹਾਤਮਾ ਦੀ ਸੰਗਤ ਕਰਕੇ ਹੀ ਪਾਈਂਦੀ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਸਾਧ ਸੰਗ ਪਾਈਐ ਨਿਧ ਨਾਮਾ, ਸਾਧ ਸੰਗ ਸਤ ਸੰਗਤ ਕਰਕੇ ਨਾਮਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰੀਂਦਾ ਹੈ। ਸਾਧ ਸੰਗ ਪਾਈਐ ਨਿਧ ਨਾਮਾ, ਕਿ ਸਤ ਸੰਗਤ ਕਰਕੇ ਨਾਮ ਰੂਪੀ ਨਿਧ ਖਜ਼ਾਨਾ ਪ੍ਰਾਪਤ ਕਰੀਂਦਾ ਹੈ। ਸਾਧ ਸੰਗ ਪੂਰਨ ਸਭ ਕਾਮਾ, ਕਿ ਸਤ ਸੰਗਤ ਕਰਕੇ ਸਾਰੀਆਂ ਕਾਮ ਨਾਮਾਂ ਪੂਰੀਆਂ ਹੋ ਜਾਂਦੀਆਂ ਹਨ। ਅਰਥ ਧਰਮ ਕਾਮ ਮੋਖ ਸਾਰੇ ਪ੍ਰਾਪਤ ਹੋ ਜਾਂਦੇ ਹਨ, ਕਿ ਸਤ ਸੰਗਤ ਦੇ ਕਰਨ ਨਾਲ ਸਤ ਸੰਗਤ ਦੇ ਵਿੱਚੋਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਹਰ ਕੀ ਭਗਤ ਜਨਮ ਪਰਵਾਨ, ਕਿ ਪਰਮੇਸ਼ਰ ਦੀ ਭਗਤ ਭਾਉ ਭਗਤੀ ਕਰਕੇ ਮਨੁੱਖਾ ਜਨਮ ਪਰਵਾਨ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ। ਗੁਰ ਕਿਰਪਾ ਤੇ ਨਾਮ ਬਖਾਣ, ਸਤਿਗੁਰਾਂ ਦੀ ਕਿਰਪਾ ਤੋਂ ਹੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਕਥਨ ਕਰੀਂਦਾ ਹੈ। ਕਿ ਪਰਮੇਸ਼ਰ ਦੀ ਭਾਉ ਭਗਤੀ ਕਰਕੇ ਮਨੁੱਖਾ ਜਨਮ ਸਫਲਾ ਹੁੰਦਾ ਹੈ, ਕਿ ਸਤਿਗੁਰਾਂ ਦੀ ਕਿਰਪਾ ਤੋਂ ਹੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਕਥਨ ਕਰੀਂਦਾ ਹੈ। ਕਹੋ ਨਾਨਕ ਸੋ ਜਨ ਪਰਵਾਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨ ਉਹ ਪੁਰਖ ਹੀ ਪ੍ਰਭੂ ਦੀ ਦਰਗਾਹ ਵਿੱਚ ਪਰਵਾਨੀਕ ਹੁੰਦੇ ਹਨ, ਕਿ ਜਿਹੜੇ ਸਤਿਗੁਰਾਂ ਦੀ ਕਿਰਪਾ ਤੋਂ ਅੰਮ੍ਰਿਤ ਨਾਮ ਨੂੰ ਕਥਨ ਕਰਦੇ ਹਨ। ਜਾਂ ਕਹਿ ਹਿਰਦੈ ਵਸੈ ਭਗਵਾਨ, ਜਿਨ੍ਹਾਂ ਦੇ ਹਿਰਦੇ ਵਿੱਚ ਭਗਵਾਨ ਖੱਟ ਭੱਗਾ ਸੰਪੰਨ ਪਰਮੇਸ਼ਰ ਵਸ ਜਾਂਦਾ ਹੈ, ਕਿ ਉਹ ਪੁਰਖ ਹੀ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨੀਕ ਹੁੰਦੇ ਹਨ, ਜਿਸ ਦੇ ਹਿਰਦੇ ਵਿੱਚ ਭਗਵਾਨ ਪਰਮੇਸ਼ਰ ਬਸ ਜਾਂਦਾ ਹੈ। ਗੌੜੀ ਮਹੱਲਾ ਪੰਜਵਾ। ਏਕਸ ਸਿਉ ਜਾਂ ਕਾ ਮਨ ਰਾਤਾ, ਬਿਸਰੀ ਤਿਸੈ ਪਰਾਈ ਤਾਤਾ। ਬਿਨ ਗੋਬਿੰਦ ਨਾ ਦੀਸੈ ਕੋਈ, ਕਰਨ ਕਰਾਵਨ ਕਰਤਾ ਸੋਈ ਰਹਾਉ। ਮਨ ਹੈ ਕਮਾਵੈ ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨਾ ਡੋਲੈ। ਜਾਂ ਕੈ ਹਰ ਤਨ ਸੋ ਸਚ ਸਾਹੋ, ਗੁਰ ਪੂਰੈ ਕਰ ਦੀਨੋ ਬਿਸਾਹੋ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਏਕਸ ਸਿਉ ਜਾਂ ਕਾ ਮਨ ਰਾਤਾ, ਇਹ ਭਾਈ ਜਿਸ ਦਾ ਮਨ ਏਕਸ ਇੱਕ ਅਕਾਲ ਪੁਰਖ ਦੇ ਨਾਲ ਰੰਗਿਆ ਗਿਆ ਹੈ। ਏਕਸ ਸਿਉ ਜਾਂ ਕਾ ਮਨ ਰਾਤਾ, ਹੈ ਭਾਈ ਜਿਸ ਦਾ ਮਨ ਏਕਸ ਇੱਕ ਅਕਾਲ ਪੁਰਖ ਦੇ ਨਾਲ ਰੰਗਿਆ ਗਿਆ ਹੈ। ਬਿਸਰੀ ਤਿਸੈ ਪਰਾਈ ਤਾਤਾ, ਕਿ ਉਸ ਪੁਰਖ ਦੀ ਪਰਾਈ ਤਾਤਾ ਈਰਖਾ ਬਿਸਰ ਜਾਂਦੀ ਹੈ, ਭੁੱਲ ਜਾਂਦੀ ਹੈ। ਬਿਨ ਗੋਬਿੰਦ ਨਾ ਦੀਸੈ ਕੋਈ,
कि जिस ਦਾ ਮਨ ਇੱਕ ਅਕਾਲ ਪੁਰਖ ਦੇ ਨਾਲ ਰੰਗਿਆ ਜਾਂਦਾ ਹੈ, ਉਸ ਨੂੰ ਬਿਨਾ ਗੋਬਿੰਦ ਬਿਨਾ ਪਰਮੇਸ਼ਰ ਤੋਂ ਹੋਰ ਕੋਈ ਦੂਜਾ ਨਹੀਂ ਦਿਸਦਾ। ਬਿਨ ਗੋਬਿੰਦ ਨਾ ਦੀਸੈ ਕੋਈ, ਕਿ ਜਿਸ ਦਾ ਮਨ ਇੱਕ ਅਕਾਲ ਪੁਰਖ ਦੇ ਨਾਲ ਰੰਗਿਆ ਜਾਂਦਾ ਹੈ, ਉਸ ਨੂੰ ਬਿਨਾ ਗੋਬਿੰਦ ਬਿਨਾ ਪਰਮੇਸ਼ਰ ਤੋਂ ਹੋਰ ਕੋਈ ਦੂਜਾ ਨਹੀਂ ਦਿਸਦਾ। ਕਰਨ ਕਰਾਵਨ ਕਰਤਾ ਸੋਈ, ਕਿ ਉਹ ਇੰਜ ਨਿਸ਼ਚਾ ਕਰਦਾ ਹੈ ਕਿ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਰਾਉਣ ਵਾਲਾ ਉਹ ਕਰਤਾ ਪੁਰਖ ਆਪ ਹੀ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਨ ਹੈ ਕਮਾਵੈ ਮੁਖ ਹਰ ਹਰ ਬੋਲੈ, ਜੋ ਗੁਰਮੁਖ ਮਨ ਨਾਲ ਨਾਮ ਜਪਣ ਦੀ ਕਮਾਈ ਕਰਦਾ ਹੈ। ਮਨ ਹੈ ਕਮਾਵੈ ਮੁਖ ਹਰ ਹਰ ਬੋਲੈ, ਜੋ ਗੁਰਮੁਖ ਮਨ ਹੈ ਮਨ ਨਾਲ ਨਾਮ ਜਪਣ ਦੀ ਕਮਾਵੈ ਕਮਾਈ ਕਰਦਾ ਹੈ। ਅਤੇ ਮੁਖ ਹਰ ਹਰ ਬੋਲੈ, ਮੁਖ ਮੂੰਹ ਨਾਲ ਹਰ ਹਰ ਪਰਮੇਸ਼ਰ ਦਾ ਨਾਮ ਬੋਲ ਕੇ ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ। ਸੋ ਜਨ ਇਤ ਉਤ ਕਤਹਿ ਨਾ ਡੋਲੈ, ਉਹ ਜਨ ਉਹ ਗੁਰਮੁਖ ਜਨ ਇਤ ਇਸ ਲੋਕ ਭਾਵ ਮਾਤ ਲੋਕ ਅਤੇ ਉਤ ਪਰਲੋਕ ਵਿੱਚ ਕਦੇ ਨਹੀਂ ਡੋਲਦਾ, ਜਾਂ ਪਦਾਰਥਾਂ ਆਦਿਕ ਕਰਕੇ ਕਦੇ ਵੀ ਡੋਲਦਾ ਨਹੀਂ ਹੈ। ਜਾਂ ਕਹਿ ਹਰ ਤਨ ਸੋ ਸੱਚ ਸਾਹੋ, ਹੈ ਭਾਈ ਜਾਂ ਜਿਸ ਦੇ ਪਾਸ ਹਰੀ ਦਾ ਨਾਮ ਰੂਪੀ ਧਾਨ ਹੈ, ਉਹ ਹੀ ਸੱਚਾ ਸਾਹੂਕਾਰ ਹੈ। ਜਾਂ ਕਹਿ ਹਰ ਤਨ ਸੋ ਸੱਚਾ ਸਾਹੋ, ਕਿ ਹੈ ਭਾਈ ਜਿਸ ਦੇ ਪਾਸ ਹਰੀ ਦਾ ਨਾਮ ਰੂਪੀ ਧਨ ਹੈ, ਉਹ ਹੀ ਸੱਚਾ ਸਾਹੂਕਾਰ ਹੈ। ਗੁਰ ਪੂਰੈ ਕਰ ਦੀਨੋ ਬਿਸਾਹੋ, ਉਸ ਨੂੰ ਪੂਰਨ ਸਤਿਗੁਰਾਂ ਨੇ ਬਿਸਾਹੋ ਦੇਣਾ ਕੀਤਾ ਹੈ, ਭਰੋਸਾ ਦੇਣਾ ਕੀਤਾ ਹੈ। ਜਿਸ ਦੇ ਪਾਸ ਹਰੀ ਨਾਮ ਰੂਪੀ ਧਨ ਹੈ, ਕਿ ਉਸ ਨੂੰ ਗੁਰੂ ਸਤਿਗੁਰਾਂ ਨੇ ਭਰੋਸਾ ਦੇਣਾ ਕੀਤਾ ਹੈ ਕਿ ਜੀਵਨ ਪੁਰਖ ਮਿਲਿਆ ਹਰ ਰਾਇਆ, ਜਿਸ ਨੂੰ ਜੀਵਨ ਜ਼ਿੰਦਗੀ ਦੇਣ ਵਾਲਾ ਪੁਰਖ ਪੂਰਨ ਹਰੀ ਰਾਜਾ ਗੁਰਾਂ ਦੁਆਰਾ ਪ੍ਰਾਪਤ ਹੋਇਆ ਹੈ। ਉਹ ਪੁਰਸ਼ ਆਤਮਿਕ ਜੀਵਨ ਕਰਕੇ ਜਿਉਂਦਾ ਹੈ, ਜਿਸ ਨੂੰ ਰਾਇਆ ਰਾਜਾ ਸਰੂਪ ਹਰੀ ਪਰਮੇਸ਼ਰ ਮਿਲ ਗਿਆ ਹੈ। ਕਹੋ ਨਾਨਕ ਪਰਮ ਪਦ ਪਾਇਆ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸਨੇ ਹੀ ਪਰਮ ਪਦ ਵੱਡੀ ਪਦਵੀ ਕੈਵਲ ਮੋਖ ਨੂੰ ਪਾ ਲਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਬਾਣੀ ਦੁਆਰਾ ਉਪਦੇਸ਼ ਕਰਵਾਇਆ ਹੈ। ਬਾਣੀ ਪੜ੍ਹਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ ਆਓ, ਸਮਾਂ ਹੋ ਚੁੱਕਿਆ ਹੈ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ ਗੁਰਸਿੱਖੀ